ਹੈਲੋ ਫਰੈਂਡਸ, ਤੁਹਾਡਾ ਸਵਾਗਤ ਹੈ ਲੈਟਸ ਰੀਡ ਵਿਦ ਸੰਦੀਪ। ਅੱਜ ਦੇ ਕੁਐਸਚਨ ਆਪਣੇ ਪੋਲੀਟੀਕਲ ਦੇ ਨਾਲ ਸੰਬੰਧਿਤ ਹਨ। ਆਪਾਂ ਭਾਰਤੀ ਸੰਵਿਧਾਨ ਦੇ ਬਾਰੇ 60 ਕੁਐਸਚਨ ਕੰਪਲੀਟ ਕਰ ਲਏ ਸੀ। ਨੈਕਸਟ ਕੁਐਸਚਨ ਆਪਣੇ ਅੱਜ ਦੇ 62 ਕੁਐਸਚਨ। ਭਾਰਤ ਵਿੱਚ ਪ੍ਰੈਸ ਪ੍ਰੀਸ਼ਦ ਦਾ ਗਠਨ ਕਦੋਂ ਕੀਤਾ ਗਿਆ? ਭਾਰਤ ਦੇ ਵਿੱਚ ਪ੍ਰੈਸ ਪ੍ਰੀਸ਼ਦ ਦਾ ਗਠਨ 1956 ਦੇ ਵਿੱਚ ਕੀਤਾ ਗਿਆ। ਨੈਕਸਟ 63 ਕੁਐਸਚਨ। ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਜਾਰੀ ਕੀਤੇ ਜਾਣ ਵਾਲੇ ਰਿਟ ਕਿੰਨੇ ਹਨ? ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਜਾਰੀ ਕੀਤੇ ਜਾਣ ਵਾਲੇ ਰਿਟ 5 ਰਿਟ ਹਨ। ਕਿਹੜੇ ਕਿਹੜੇ? ਬੰਦੀ ਪ੍ਰਤੱਖੀਕਰਨ, ਪਰਮਾਦੇਸ਼, ਪ੍ਰਤੀਸ਼ੇਧ, ਸੰਯੋਗ ਅਤੇ ਅਧਿਕਾਰਾਂ ਦੀ ਜਾਂਚ। ਨੈਕਸਟ 64 ਕੁਐਸਚਨ। ਭਾਰਤ ਦੇਸ਼ ਆਰਥਿਕ ਅਤੇ ਸਮਾਜਿਕ ਲੋਕਤੰਤਰ ਦੀ ਰਚਨਾ ਅਤੇ ਕਲਿਆਣਕਾਰੀ ਰਾਜ ਦੀ ਸਥਾਪਨਾ ਕਰਨ ਦਾ ਉਦੇਸ਼ ਕੀ ਹੈ? ਨੀਤੀ ਨਿਰਦੇਸ਼ਕ ਤੱਤ ਦਾ ਉਦੇਸ਼ ਹੈ। ਠੀਕ ਆ। ਰਾਸ਼ਟਰਪਤੀ ਅਹੁਦੇ ਦੇ ਲਈ ਪਹਿਲੀ ਚੋਣ ਕਦੋਂ ਹੋਈ ਸੀ? ਰਾਸ਼ਟਰਪਤੀ ਦੇ ਅਹੁਦੇ ਦੇ ਲਈ ਪਹਿਲੀ ਚੋਣ 1952 ਈਸਵੀ ਦੇ ਵਿੱਚ ਹੋਈ ਸੀ। ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਮੌਤ ਦਾ ਨਿਪਟਾਰਾ ਕੌਣ ਕਰਦਾ ਹੈ? ਰਾਸ਼ਟਰਪਤੀ ਦੀ ਚੋਣ ਦੇ ਨਾਲ ਸੰਬੰਧਿਤ ਮੌਤ ਦਾ ਨਿਪਟਾਰਾ ਸੁਪਰੀਮ ਕੋਰਟ ਕਰਦਾ ਹੈ। ਉਪ ਰਾਸ਼ਟਰਪਤੀ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦੇਣ ਦੀ ਅਪੀਲ ਕੀਤੀ ਗਈ ਹੈ। ਕਦੋਂ ਤੋਂ ਕੀਤੀ ਗਈ? 1997 ਤੋਂ ਕੀਤੀ ਗਈ ਹੈ। ਉਪ ਰਾਸ਼ਟਰਪਤੀ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਦੇਣ ਦੀ ਅਪੀਲ। ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਲਈ ਪੁਸ਼ਟੀ ਹੋਣੀ ਚਾਹੀਦੀ ਹੈ 20 ਮੈਂਬਰਾਂ ਦੇ ਵੱਲੋਂ। ਇਸ ਦਾ ਕਰੈਕਟ ਆਨਸਰ ਕੀ ਆਵੇਗਾ? 20 ਮੈਂਬਰਾਂ ਦੇ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਲਈ ਪੁਸ਼ਟੀ 20 ਮੈਂਬਰਾਂ ਦੇ ਵੱਲੋਂ ਹੋਣੀ ਚਾਹੀਦੀ ਹੈ। ਸਭ ਤੋਂ ਵੱਧ ਸਮੇਂ ਤੱਕ ਰਾਸ਼ਟਰਪਤੀ ਰਾਜ ਕਿਸ ਰਾਜ ਦੇ ਵਿੱਚ ਲੱਗਿਆ? ਸਭ ਤੋਂ ਵੱਧ ਰਾਸ਼ਟਰਪਤੀ ਰਾਜ ਪੰਜਾਬ ਰਾਜ ਦੇ ਵਿੱਚ ਲੱਗਿਆ। ਭਾਰਤ ਦੇ ਵਿੱਚ ਵਿੱਤੀ ਐਮਰਜੈਂਸੀ ਦਾ ਐਲਾਨ ਕਿੰਨੇ ਵਾਰ ਹੋਇਆ ਹੈ? ਭਾਰਤ ਦੇ ਵਿੱਚ ਵਿੱਤੀ ਐਮਰਜੈਂਸੀ ਦਾ ਐਲਾਨ ਇੱਕ ਵਾਰ ਵੀ ਨਹੀਂ ਹੋਇਆ ਹੈ। ਨੈਕਸਟ ਕੁਐਸਚਨ। ਅਨੁਮਾਨ ਕਮੇਟੀ ਦੇ ਕਿੰਨੇ ਮੈਂਬਰ ਹੁੰਦੇ ਹਨ? ਅਨੁਮਾਨ ਕਮੇਟੀ ਦੇ 30 ਮੈਂਬਰ ਹੁੰਦੇ ਹਨ। ਲੋਕ ਸਭਾ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਹਨ? ਲੋਕ ਸਭਾ ਕਮੇਟੀ ਦੇ ਵਿੱਚ 22 ਮੈਂਬਰ ਹੁੰਦੇ ਹਨ। 15 ਲੋਕ ਸਭਾ ਦੇ ਅਤੇ 7 ਰਾਜ ਸਭਾ ਦੇ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਕਿੱਥੇ ਲਾਗੂ ਹੋਇਆ? ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ 2 ਅਕਤੂਬਰ 1959 ਨੂੰ ਨਗੌਰ ਰਾਜਸਥਾਨ ਰਾਜ ਦੇ ਵਿੱਚ ਲਾਗੂ ਹੋਇਆ। ਕਦੋਂ ਹੋਇਆ? 2 ਅਕਤੂਬਰ 1959 ਦੇ ਵਿੱਚ ਲਾਗੂ ਹੋਇਆ। ਨਗੌਰ ਦੇ ਵਿੱਚ ਰਾਜਸਥਾਨ ਰਾਜ ਦੇ ਵਿੱਚ ਲਾਗੂ ਹੋਇਆ। ਭਾਰਤ ਦੇ ਵਿੱਚ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ ਬਲਵੰਤ ਰਾਏ ਮਹਿਤਾ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਭਾਰਤ ਦੇ ਵਿੱਚ ਪੰਚਾਇਤੀ ਰਾਜ ਸ਼ੁਰੂ ਕੀਤਾ ਗਿਆ। ਨਗਰ ਨਿਗਮ ਦੀ ਸਥਾਪਨਾ ਸਭ ਤੋਂ ਪਹਿਲਾਂ ਕਿੱਥੇ ਹੋਈ? ਨਗਰ ਨਿਗਮ ਦੀ ਸਥਾਪਨਾ ਸਭ ਤੋਂ ਪਹਿਲਾਂ ਮਦਰਾਸ ਦੇ ਵਿੱਚ 1687 ਈਸਵੀ ਨੂੰ ਹੋਈ। ਸੰਸਦ ਦਾ ਇੱਕ ਵੀ ਦਿਨ ਸਾਹਮਣਾ ਨਹੀਂ ਕਰਨ ਵਾਲੇ ਪ੍ਰਧਾਨ ਮੰਤਰੀ ਕੌਣ ਸਨ? ਸੰਸਦ ਦਾ ਇੱਕ ਵੀ ਦਿਨ ਸਾਹਮਣਾ ਨਹੀਂ ਕਰਨ ਵਾਲੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਹਨ। ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਮੂਲ ਅਧਿਕਾਰ ਤੇ ਸਰਵਉੱਚਤਾ ਦਿੱਤੀ ਗਈ ਹੈ 42ਵੀਂ ਸੋਧ ਦੇ ਦੁਆਰਾ 1976 ਦੇ ਦੁਆਰਾ। ਨੈਕਸਟ ਕੁਐਸਚਨ। ਸੰਪत्ति ਦੇ ਅਧਿਕਾਰ ਨੂੰ ਮੂਲ ਅਧਿਕਾਰ ਹਟਾ ਕੇ ਵਿਧਿਕ ਅਧਿਕਾਰ ਅਨੁਛੇਦ 300A ਦੇ ਵਿੱਚ ਕਰ ਦਿੱਤਾ ਗਿਆ। ਕਿਹੜੀ ਸੋਧ ਦੇ ਦੁਆਰਾ ਸੰਪत्ति ਦੇ ਅਧਿਕਾਰ ਨੂੰ ਮੂਲ ਅਧਿਕਾਰ ਹਟਾ ਕੇ 300A ਦੇ ਵਿੱਚ ਸ਼ਾਮਲ ਕੀਤਾ ਗਿਆ? 44ਵੀਂ ਸੋਧ ਦੇ ਦੁਆਰਾ। ਅਤੇ ਕਦੋਂ ਕੀਤਾ ਗਿਆ? 1978 ਈਸਵੀ ਦੇ ਵਿੱਚ ਕੀਤਾ ਗਿਆ ਹੈ। ਵੋਟ ਪੰਜੀਕਰਨ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਦੋਂ ਕੀਤੀ ਗਈ? 61ਵੀਂ ਸੋਧ ਦੇ ਦੁਆਰਾ ਕੀਤੀ ਗਈ ਹੈ। ਅਤੇ ਕਦੋਂ ਕੀਤੀ ਗਈ? 1999 ਈਸਵੀ ਦੇ ਵਿੱਚ ਕੀਤੀ ਗਈ ਹੈ। ਸੰਪੂਰਨ ਭਾਰਤ ਦੇ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਸੀ 73ਵੀਂ ਸੋਧ ਦੇ ਦੁਆਰਾ। ਅਤੇ ਕਦੋਂ ਕੀਤੀ ਸੀ? 1993 ਦੇ ਵਿੱਚ ਕੀਤੀ ਗਈ ਸੀ ਸੰਪੂਰਨ ਭਾਰਤ ਦੇ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ। ਸੰਵਿਧਾਨ ਦੀ 8ਵੀਂ ਅਨੁਸੂਚੀ ਦੇ ਵਿੱਚ ਮੈਥਿਲੀ, ਡੋਗਰੀ ਅਤੇ ਸੰਥਾਲੀ ਭਾਸ਼ਾ ਨੂੰ ਜੋੜਿਆ ਗਿਆ। ਕਦੋਂ ਜੋੜਿਆ ਗਿਆ? 92ਵੀਂ ਸੋਧ ਦੇ ਦੁਆਰਾ 2003 ਦੇ ਵਿੱਚ ਜੋੜਿਆ ਗਿਆ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਿਯੁਕਤੀ ਸੰਬੰਧੀ ਵਿਵਾਦਾਂ ਦਾ ਨਿਪਟਾਰਾ ਕੌਣ ਕਰਦਾ? ਸੁਪਰੀਮ ਕੋਰਟ ਕਰਦਾ ਹੈ। ਕੌਣ ਕਰਦਾ ਹੈ? ਸੁਪਰੀਮ ਕੋਰਟ ਕਰਦਾ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਨਿਯੁਕਤੀ ਦੇ ਸੰਬੰਧੀ ਵਿਵਾਦਾਂ ਦਾ ਨਿਪਟਾਰਾ ਸੁਪਰੀਮ ਕੋਰਟ ਕਰਦਾ ਹੈ। ਭਾਰਤੀ ਸੁਤੰਤਰਤਾ ਐਕਟ
ਪਾਸ ਕੀਤਾ ਗਿਆ। ਭਾਰਤੀ ਸੁਤੰਤਰਤਾ ਐਕਟ 4 ਜੁਲਾਈ 1947 ਈਸਵੀ ਨੂੰ ਪਾਸ ਕੀਤਾ ਗਿਆ। ਸ਼ੁਰੂਆਤ ਦੇ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਸੀ? ਸ਼ੁਰੂਆਤ ਦੇ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 399 ਸੀ। ਨੈਕਸਟ ਕੁਐਸਚਨ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਿੱਥੇ ਹੋਈ? ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦਿੱਲੀ ਦੇ ਵਿੱਚ ਹੋਈ ਸੀ, ਕੌਂਸਲ ਚੈਂਬਰ ਦੇ ਲਾਇਬ੍ਰੇਰੀ ਭਵਨ ਦੇ ਵਿੱਚ। ਪ੍ਰਸ਼ਾਸਨਿਕ ਬਾਲ ਦੁਆਰਾ ਜ਼ਬਰਦਸਤੀ ਭਾਰਤੀ ਸੰਘ ਵਿੱਚ ਸ਼ਾਮਲ ਕੀਤੀ ਦੇਸੀ ਰਿਆਸਤ ਕਿਹੜੀ ਸੀ? ਹੈਦਰਾਬਾਦ। ਨੈਕਸਟ 87 ਕੁਐਸਚਨ, ਉਦੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। 22 ਜਨਵਰੀ 1947 ਈਸਵੀ ਨੂੰ ਉਦੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਕਦੋਂ ਦਿੱਤੀ ਗਈ? 22 ਜਨਵਰੀ ਨੂੰ 1947 ਦੇ ਵਿੱਚ। ਨੈਕਸਟ ਕੁਐਸਚਨ, ਸੰਘ ਦਾ ਮੰਤਰੀ ਪਰਿਸ਼ਦ ਸਮੂਹਿਕ ਰੂਪ ਨਾਲ ਜਵਾਬਦੇਹ ਹੁੰਦਾ ਹੈ। ਲੋਕ ਸਭਾ ਦੇ ਪ੍ਰਧਾਨ ਸੰਘ ਦਾ ਮੰਤਰੀ ਪਰਿਸ਼ਦ ਸਮੂਹਿਕ ਰੂਪ ਦੇ ਨਾਲ ਜਵਾਬਦੇਹ ਹੁੰਦਾ ਹੈ। ਨੈਕਸਟ ਕੁਐਸਚਨ, ਸੰਵਿਧਾਨ ਦੇ ਸਰੂਪ ਮਤਲਬ ਖਰੜਾ ਅਤੇ ਕੁੱਲ ਬਹਿਸਾਂ ਕਿੰਨੀਆਂ ਹੋਈਆਂ ਸਨ? 114 ਦਿਨ ਬਹਿਸਾਂ ਹੋਈਆਂ ਸਨ। ਕੁੱਲ ਬਹਿਸਾਂ ਹੋਈਆਂ ਸਨ 114 ਦਿਨ ਹੋਈਆਂ ਸਨ ਖਰੜਾ ਤੇ ਬਹਿਸਾਂ। ਰਾਜ ਪੁਨਰਗਠਨ ਆਯੋਗ ਦੇ ਪ੍ਰਧਾਨ ਸਨ ਫਜ਼ਲ ਅਲੀ। ਰਾਜ ਪੁਨਰਗਠਨ ਆਯੋਗ ਦੇ ਪ੍ਰਧਾਨ ਸਨ। ਭਾਰਤ ਦੇ ਵਿੱਚ ਨਾਗਰਿਕਤਾ ਦੀ ਤਜਵੀਜ਼ ਹੈ। ਭਾਰਤ ਦੇ ਵਿੱਚ ਕਿਹੜੀ ਨਾਗਰਿਕਤਾ ਹੈ? ਇਕਹਿਰੀ ਨਾਗਰਿਕਤਾ। ਪ੍ਰੈਸ ਦੀ ਆਜ਼ਾਦੀ ਵਰਣਿਤ ਹੈ ਅਨੁਛੇਦ 19A ਦੇ ਵਿੱਚ। ਨੈਕਸਟ ਕੁਐਸਚਨ 94, 6 ਤੋਂ 14 ਸਾਲ ਉਮਰ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਲਾਜ਼ਮੀ ਕੀਤੀ ਗਈ ਹੈ 86ਵੀਂ ਸੋਧ ਦੇ ਦੁਆਰਾ। ਅਤੇ ਕਦੋਂ ਤੋਂ? 2002 ਦੇ ਦੁਆਰਾ। 6 ਤੋਂ 14 ਸਾਲ ਉਮਰ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਲਾਜ਼ਮੀ ਕੀਤੀ ਗਈ ਹੈ 86ਵੀਂ ਸੋਧ ਦੇ ਦੁਆਰਾ। ਮੌਲਿਕ ਕਰਤਵਾਂ ਦੀ ਕੁੱਲ ਗਿਣਤੀ ਕਿੰਨੀ ਹੈ? ਮੌਲਿਕ ਕਰਤਵਾਂ ਦੀ ਕੁੱਲ ਗਿਣਤੀ 11 ਹੈ। ਰਾਸ਼ਟਰਪਤੀ 'ਤੇ ਮਹਾਂਦੋਸ਼ ਲਗਾਉਣ ਦੀ ਸੂਚਨਾ ਦਿੱਤੀ ਜਾਂਦੀ ਹੈ 14 ਦਿਨ ਪਹਿਲਾਂ। ਮਤਲਬ ਕਿ ਰਾਸ਼ਟਰਪਤੀ 'ਤੇ ਜਦੋਂ ਮਹਾਂਦੋਸ਼ ਲਗਾਉਣਾ ਹੁੰਦਾ ਤਾਂ ਉਸਦੀ ਸੂਚਨਾ 14 ਦਿਨ ਪਹਿਲਾਂ ਹੀ ਦੱਸ ਦਿੱਤੀ ਜਾਂਦੀ ਹੈ। ਸੰਸਦ ਦੀ ਸਮਾਪਤੀ ਦੇ ਸਮੇਂ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰਦਾ ਹੈ। ਕਿਹੜੇ ਅਨੁਛੇਦ ਦੇ ਦੁਆਰਾ? 123 ਅਨੁਛੇਦ ਦੇ ਦੁਆਰਾ ਸੰਸਦ ਦੀ ਸਮਾਪਤੀ ਦੇ ਸਮੇਂ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰਦਾ ਹੈ। ਵਿਧਾਨ ਮੰਡਲ ਦੀ ਕਾਰਵਾਈ ਸਮਾਪਤੀ ਸਮੇਂ ਰਾਜਪਾਲ ਅਧਿਆਦੇਸ਼ ਜਾਰੀ ਕਰਦਾ ਹੈ। ਕਿਹੜੇ ਅਨੁਛੇਦ ਦੇ ਦੁਆਰਾ? 213 ਅਨੁਛੇਦ ਦੇ ਦੁਆਰਾ ਵਿਧਾਨ ਮੰਡਲ ਦੀ ਕਾਰਵਾਈ ਸਮਾਪਤੀ ਦੇ ਸਮੇਂ ਰਾਜਪਾਲ ਅਧਿਆਦੇਸ਼ 213 ਦੇ ਤਹਿਤ ਕਰਦਾ ਹੈ। ਪੌਕਟ ਵੀਟੋ ਦੀ ਵਰਤੋਂ 1986 ਈਸਵੀ ਦੇ ਵਿੱਚ ਭਾਰਤੀ ਡਾਕ ਸੋਧ ਐਕਟ 'ਤੇ ਕਿਸ ਨੇ ਕੀਤੀ ਸੀ? ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕੀਤੀ ਸੀ। ਕਦੋਂ ਕੀਤੀ ਸੀ? 1986 ਈਸਵੀ ਦੇ ਵਿੱਚ। ਪੌਕਟ ਵੀਟੋ ਦੀ ਵਰਤੋਂ 1986 ਦੇ ਈਸਵੀ ਦੇ ਵਿੱਚ ਭਾਰਤੀ ਡਾਕ ਸੋਧ ਐਕਟ 'ਤੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕੀਤੀ ਸੀ। ਆਪਣਾ ਲਾਸਟ ਕੁਐਸਚਨ ਅੱਜ ਦਾ, ਭਾਰਤੀ ਸੰਸਦ ਦੇ ਵਿੱਚ ਸ਼ਾਮਲ ਹੈ ਰਾਸ਼ਟਰਪਤੀ, ਰਾਜ ਸਭਾ ਅਤੇ ਲੋਕ ਸਭਾ। ਭਾਰਤੀ ਸੰਸਦ ਦੇ ਵਿੱਚ ਸ਼ਾਮਲ ਹੈ ਰਾਸ਼ਟਰਪਤੀ, ਰਾਜ ਸਭਾ ਅਤੇ ਲੋਕ ਸਭਾ। ਇਸ ਦੇ ਨਾਲ ਆਪਣੀ ਅੱਜ ਦੀ ਕਲਾਸ ਸਮਾਪਤ ਹੁੰਦੀ ਹੈ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।